आओ सुनिए महेंद्र सिंह सरना दी कहानी। रोल नंबर। राय बहादुर राम रखा मल रिटायर्ड एग्जीक्यूटिव इंजीनियर ਦੇ ਸੰਸਕਾਰ ਮਗਰੋਂ ਜਦੋਂ ਸਰਦਾਰ ਹਰਬੇਲ ਸਿੰਘ ਆਪਣੇ ਘਰ ਪਹੁੰਚੇ ਤਾਂ ਉਹ ਪਛਾਣੇ ਨਹੀਂ ਸਨ ਜਾਂਦੇ। ਉਹਨਾਂ ਦੀਆਂ ਅੱਖਾਂ ਅੰਦਰ ਧਸੀਆਂ ਸਨ, ਉਹਨਾਂ ਦੇ ਮੱਥੇ ਉੱਤੇ ਕਲਿੱਤਣ ਰੀਂਗ ਰਹੀ ਸੀ ਤੇ ਉਹਨਾਂ ਦੇ ਚਿਹਰੇ ਦਾ ਸਮੁੱਚਾ ਪ੍ਰਭਾਵ ਪਿੰਜਿਆ ਸੀ। ਉਹਨਾਂ ਦੇ ਜੁੱਸੇ ਦਾ ਸਪਾਤੀ ਕਰੜਾਪਨ, ਉਹਨਾਂ ਦੇ ਅੰਗਾਂ ਤੇ ਪੱਠਿਆਂ ਦੀ ਤਣਾਹਟ ਟੁੱਟ ਕੇ ਨਿਢਾਲ ਹੋ ਗਈ ਜਾਪਦੀ ਸੀ। ਘਰ ਅੱਪੜਦਿਆਂ ਸਾਰ ਉਹ ਬਿਸਤਰੇ ਤੇ ਮੂਧੇ ਮੂੰਹ ਡਿੱਗ ਪਏ। ਸਾਰੇ ਘਰ, ਸਾਰੇ ਪਰਿਵਾਰ ਤੇ ਹਰਾਸ ਛਾ ਗਿਆ। ਰਾਏ ਬਹਾਦਰ ਰਾਮ ਰੱਖਾ ਮਲ ਦੀ ਮੌਤ ਉਹਨਾਂ ਲਈ ਇੰਨੀ ਕਹਿਰਵੀਂ ਸੱਟ ਦਾ ਕਾਰਨ ਬਣੇਗੀ, ਪਰਿਵਾਰ ਵਿੱਚ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ। ਇਹ ਸੱਚ ਹੈ ਕਿ ਪਿਛਲੀ ਉਮਰ ਦੇ ਸੱਲ ਬੜੇ ਡੂੰਘੇ ਘਾਉ ਕਰਦੇ ਹਨ, ਪਰ ਰਾਏ ਬਹਾਦਰ ਨਾਲ ਸਰਦਾਰ ਹਰਬੇਲ ਸਿੰਘ ਦੀ ਮਿੱਤਰਤਾ ਤਾਂ ਕਦੋਂ ਕਣੀ ਖਤਮ ਹੋ ਚੁੱਕੀ ਸੀ। ਕਿਸੇ ਅਸੂਲੀ ਮਤਭੇਦ ਤੇ ਇੱਕ ਵਾਰੀ ਦੋਵੇਂ ਮਿੱਤਰ ਖਹਿਬੜ ਪਏ ਅਤੇ ਅਜਿਹੀ ਫਿੱਕ ਪਈ ਕਿ ਵਰਿਆਂ ਬੱਧੀ ਬੋਲਚਾਲ ਨਾ ਰਹੀ। ਉਹ ਤਾਂ ਕੁਝ ਦੁਨੀਆਦਾਰੀ ਕਾਰਨ ਤੇ ਕੁਝ ਸਕੂਲ ਦੇ ਦਿਨਾਂ ਦੀ ਯਾਰੀ ਸਦਕਾ ਸਰਦਾਰ ਹਰਬੇਲ ਸਿੰਘ ਰਾਏ ਬਹਾਦਰ ਦੇ ਨੜੋਏ ਨਾਲ ਚਲੇ ਗਏ ਸਨ। ਵੱਡੀ ਹੈਰਾਨੀ ਤਾਂ ਇਸ ਗੱਲ ਦੀ ਸੀ ਕਿ ਅੱਜ ਤੀਕ ਉਹ ਜ਼ਿੰਦਗੀ ਵਿੱਚ ਕਦੀ ਨਹੀਂ ਸਨ ਡੋਲੇ। ਉਹਨਾਂ ਦਾ ਦਿਲ ਹੋਣੀ ਦੇ ਅਨੇਕਾਂ ਵੇਲਣਿਆਂ ਵਿੱਚ ਨਪੀੜਿਆ ਜਾਣ ਤੇ ਵੀ ਸਾਬਤ ਅਤੇ ਨਰੋਆ ਸੀ। ਬਚਪਨ ਵਿੱਚ ਹੀ ਉਹਨਾਂ ਨੂੰ ਮਾਰੂ ਸੱਲਾਂ ਨੇ ਘੇਰ ਲਿਆ। ਉਹਨਾਂ ਦੇ ਮਾਤਾ-ਪਿਤਾ, ਚਾਚੇ, ਤਾਏ, ਸਾਕ ਸੰਬੰਧੀ ਸਭੇ ਪਲੇਗ ਦੀ ਭਿਅੰਕਰ ਭੁੱਖ ਲਈ ਗਰਾਈਆਂ ਬਣ ਗਏ। ਸਾਰੇ ਖਾਨਦਾਨ ਵਿੱਚੋਂ ਇੱਕ ਵੀ ਨਾ ਬਚਿਆ ਜੋ ਇੱਕ ਨਿਆਸਰੇ ਬੱਚੇ ਦੇ ਸਿਰ ਤੇ ਨਿਗਾਹਬਾਨੀ ਦਾ ਹੱਥ ਰੱਖਦਾ। ਤੇ ਜਦੋਂ ਉਹਨਾਂ ਦਾ ਆਪਣਾ ਨੌਜਵਾਨ ਪੁੱਤਰ ਕੋਇਟੇ ਦੇ ਭੁਚਾਲ ਦੀ ਭੇਟ ਹੋ ਗਿਆ ਤੇ ਫਿਰ ਜਦੋਂ ਉਹ ਆਪਣੀ ਜ਼ਿੰਦਗੀ ਦੀ ਸਾਰੀ ਪੂੰਜੀ, ਸਾਰੀ ਜਾਇਦਾਦ ਦੇਸ਼ ਦੀ ਵੰਡ ਵਿੱਚ ਲੁਟਾ ਆਏ, ਤਾਂ ਵੀ ਉਹਨਾਂ ਦਾ ਸਿਦਕ ਨਾ ਡੋਲਿਆ। ਉਹਨਾਂ ਦੀ ਜੀਵਨ ਲਾਲਸਾ ਨਾ ਕੁਮਲਾਈ ਤੇ ਉਹਨਾਂ ਦੀ ਆਤਮਾ ਵਿੱਚ ਭਖਦੀ ਜੀਵਨ ਚੰਗਿਆੜੀ ਸਦਾ ਵਾਂਗ ਮਗਦੀ ਰਹੀ। ਤੇ ਅੱਜ ਇੱਕ ਭੁੱਲੇ ਵਿਸਰੇ ਮਿੱਤਰ ਦੀ ਮੌਤ ਨੇ ਉਹਨਾਂ ਨੂੰ ਇੰਜ ਚਕਨਾਚੂਰ ਕਰ ਦਿੱਤਾ ਸੀ। ਮੈਂ ਬੜਾ ਬਿਮਾਰ ਹਾਂ, ਉਹ ਕੁਰਲਾਏ। ਜਲਦੀ ਡਾਕਟਰ ਬੁਲਾਓ, ਮੇਰਾ ਕੋਈ ਉਪਾਅ ਕਰੋ। ਉਪਾਅ? ਉਹ ਕਿਹੋ ਜਿਹੇ ਸ਼ਬਦ ਵਰਤ ਰਹੇ ਸਨ। ਸਾਰੇ ਪਰਿਵਾਰ ਦੇ ਦਿਲ ਮੁੱਠੀ ਵਿੱਚ ਆ ਗਏ। ਡੌਰ ਭੌਰ ਹੋਏ ਸਾਰੇ ਇੱਕ ਦੂਜੇ ਵੱਲ ਤੱਕ ਰਹੇ ਸਨ। ਪਤਨੀ ਹਰਬੇਲ ਸਿੰਘ ਨੂੰ ਜ਼ਮੀਨ ਪੈਰਾਂ ਹੇਠ ਡਗਮਗਾਂਦੀ ਜਾਪੀ, ਜਿਵੇਂ ਇੱਕ ਵਾਰੀ ਫੇਰ ਕੋਇਟੇ ਦਾ ਭੁਚਾਲ ਆਉਣ ਲੱਗਾ ਸੀ। ਉਹਦੇ ਲਿੱਸੇ ਮੂੰਹ ਦੀ ਇੱਕ ਝੁਰੀ ਉੱਗੜ ਆਈ ਤੇ ਨਿਤਾਣੀ ਆਵਾਜ਼ ਵਿੱਚ ਉਹ ਬੋਲੀ, ਹੌਸਲਾ ਕਰੋ ਜੀਓ, ਕੋਈ ਡਰ ਨਹੀਂ, ਸੱਤੇ ਖੈਰਾਂ ਤੇ ਵੀ ਰੱਖਾਂ ਨੇ ਤੁਹਾਨੂੰ। ਪਰ ਸਰਦਾਰ ਹਰਬੇਲ ਸਿੰਘ ਦੇ ਚਿਹਰੇ ਤੋਂ ਪ੍ਰਤੱਖ ਦਿਸ ਰਿਹਾ ਸੀ ਕਿ ਉੱਥੇ ਇੱਕ ਵੀ ਖੈਰ, ਇੱਕ ਵੀ ਰੱਖ ਨਹੀਂ ਸੀ। ਦੋਹਾਂ ਬਾਹਾਂ ਨੂੰ ਚੁੱਕ ਕੇ ਫਾਂ ਕਰਕੇ ਬਿਸਤਰੇ ਤੇ ਸੁੱਟ ਦਿਓ ਬੋਲੇ, ਮੇਰਾ ਕੋਈ ਹਾਲ ਨਹੀਂ ਜੇ, ਜੋ ਹੀਲਾ ਚੱਲਦਾ ਜੇ ਕਰ ਲਵੋ, ਫੇਰ ਨਾ ਕਹਿਣਾ ਵੇਲੇ ਸਿਰ ਨਹੀਂ ਦੱਸਿਆ। ਇੱਕ ਪਲ ਲਈ ਸਭਨਾਂ ਦੇ ਮੂੰਹਾਂ ਤੇ ਬੇਤੁਕਾਪਨ ਛਾ ਗਿਆ। ਉਸ ਇੱਕ ਪਲ ਦੀ ਚੜਿੱਤਣ ਸਿਮਟ ਕੇ ਇੱਕ ਤਿੱਖੀ ਆਰ ਵਾਂਗ ਉਹਨਾਂ ਦੇ ਦਿਲਾਂ ਤੇ ਝਰੀਟੀ ਗਈ। ਸਾਰੀ ਜ਼ਿੰਦਗੀ ਕਦੀ ਦਾਰਜੀ ਬਿਮਾਰ ਨਹੀਂ ਸਨ ਹੋਏ। ਉਹਨਾਂ ਦਾ ਮੱਥਾ ਨਹੀਂ ਸੀ ਦੁਖਿਆ, ਉਹਨਾਂ ਦਾ ਪਿੰਡਾ ਤੱਤਾ ਨਹੀਂ ਸੀ ਹੋਇਆ। ਉਹ ਤਾਂ ਬਿਮਾਰ ਨੂੰ ਇੱਕ ਗਲਤੀ, ਇੱਕ ਗੁਨਾਹ, ਇੱਕ ਬੱਜਰ ਪਾਪ ਗਿਣਿਆ ਕਰਦੇ ਸਨ ਤੇ ਬਿਮਾਰਾਂ ਨੂੰ ਸਦਾ ਦੋਸ਼ੀਆਂ ਦੇ ਕਟਹਿਰੇ ਵਿੱਚ ਖੜਾ ਕਰਦੇ ਸਨ। ਬਿਮਾਰੀ ਦਾ ਖਿਆਲ ਦਾਰਜੀ ਦੇ ਅਰੋਗ ਸਰੀਰ ਨਾਲ ਜੋੜਨ ਦਾ ਯਤਨ ਇੱਕ ਮਾਰੂ ਯਤਨ ਸੀ ਤੇ ਇਹ ਯਤਨ ਕਰਦਿਆਂ ਉਹਨਾਂ ਦੇ ਅਚੇਤ ਮਨਾਂ ਨੂੰ ਜਾਪਿਆ ਜਿਵੇਂ ਸਾਰਾ ਕੁਝ ਡਾਵਾਂ-ਡੌਲ ਹੋ ਗਿਆ ਹੋਵੇ। ਉਹ ਕਮਰਾ, ਉਹ ਫਰਨੀਚਰ, ਉਹ ਖਿੜਕੀ, ਉਹ ਉਦੇ ਫਲਾਂ ਵਾਲੀ ਵੇਲ, ਉਹ ਗੇਟ ਕੋਲ ਉੱਗਿਆ ਚੀਲ ਦਾ ਬੁੱਢਾ ਦਰਖਤ, ਜਿਵੇਂ ਜ਼ਮੀਨ ਹੀ ਆਪਣੇ ਧੁਰੇ ਤੋਂ ਖਿਸਕ ਗਈ ਹੋਵੇ। ਸਰਦਾਰ ਹਰਬੇਲ ਸਿੰਘ ਦੀ ਨੂੰਹ ਉਪਕਾਰ ਦੇ ਹਸਾਸ ਦਿਲ ਨੂੰ ਇੱਕ ਘੇਰਨੀ ਆਈ ਤੇ ਸਾਹ ਸੱਤਹੀਣ ਹੁੰਦੀ ਉਹ ਦਾਰਜੀ ਦੀ ਪੁਆਂਦੀ ਵੱਲ ਢੇਰੀ ਹੋ ਗਈ। ਫਿਰ ਇੱਕ ਅਸਧਾਰਨ ਹੰਬਲੇ ਨਾਲ ਆਪਣੇ ਆਪ ਨੂੰ ਸੰਭਾਲਦੀ ਉਹ ਦਾਰਜੀ ਦੇ ਪੈਰਾਂ ਦੀਆਂ ਤਲੀਆਂ ਝੱਸਣ ਲੱਗ ਪਈ। ਸਰਦਾਰ ਹਰਬੇਲ ਸਿੰਘ ਦੀ ਪੁੱਤਰੀ ਸਤਨਾਮ ਆਪਣੇ ਵੀਰੇ ਮਨਜੀਤ ਵੱਲ ਵੇਖੀ ਜਾ ਰਹੀ ਸੀ ਤੇ ਉਹਦਾ ਮੂੰਹ ਇੰਜ ਖੁੱਲ੍ਹਾ ਸੀ ਜਿਵੇਂ ਹੁਣੇ ਚੀਕ ਮਾਰ ਦੇਏਗੀ। ਇੱਕ ਚੁੱਪ ਅਣਵੱਜੀ ਚੀਕ ਤੇ ਕੜਵੱਲਾਂ ਨਾਲ ਉਹਦੇ ਬੁੱਲ ਅਟੇਰੇ ਗਏ ਸਨ।
ਅਚਨਚੇਤ ਮਨਜੀਤ ਦੇ ਚਿਹਰੇ ਦਾ ਪ੍ਰਭਾਵ ਤਰਬਕਿਆ ਤੇ ਉਹ ਡਾਕਟਰ ਨੂੰ ਫੋਨ ਕਰਨ ਦੌੜ ਗਿਆ। ਡਾਕਟਰ ਦੇ ਇੱਕ ਹੱਥ ਵਿੱਚ ਫੜਿਆ ਬੈਗ ਤੇ ਦੂਜੇ ਹੱਥ ਵਿੱਚ ਸਟੈਥੋਸਕੋਪ ਵੇਖ ਕੇ ਪਹਿਲੀ ਵਾਰ ਸਭ ਨੂੰ ਯਕੀਨ ਹੋਇਆ ਕਿ ਦਾਰਜੀ ਸੱਚਮੁੱਚ ਬਿਮਾਰ ਸਨ। ਦਿਮਾਗਾਂ ਵਿੱਚੋਂ ਧੁੰਦ ਸਾਫ਼ ਹੁੰਦੀ ਗਈ ਤੇ ਚੀਜ਼ਾਂ ਦੀ ਤਿੱਖੀ ਠੋਸ ਨੁਹਾਰ ਨਿੱਤਰਦੀ ਗਈ। ਉਹ ਕਮਰਾ, ਉਹ ਫਰਨੀਚਰ, ਉਹ ਗੋਲ ਤਿਪਾਈ ਤੇ ਗੁਲਦਾਨ ਵਿੱਚ ਟਿਕਾਏ ਨਰਗਸ ਦੇ ਫੁੱਲ, ਉਹ ਅੰਗੀਠੀ ਦੀ ਰੌਂਸ ਤੇ ਪਏ ਲੰਮੀਆਂ ਲੱਤਾਂ ਵਾਲੇ ਪਿੱਤਲ ਦੇ ਕੁਲੰਗ, ਉਹ ਸਾਹਮਣੀ ਕੰਧ ਤੇ ਲੱਗਾ ਤੂਫਾਨ ਵਿੱਚ ਘਿਰੇ ਜਹਾਜ਼ ਦਾ ਚਿੱਤਰ, ਸਭ ਕੁਝ ਉਵੇਂ ਸੀ ਜਿਵੇਂ ਹੋਣਾ ਚਾਹੀਦਾ ਸੀ। ਇੱਕ ਛਿਣ ਮਾਤਰ ਦੇ ਧੁੰਦਲੇਪਨ ਮਗਰੋਂ ਜ਼ਿੰਦਗੀ ਮੁੜ ਆਪਣੇ ਤਿੱਖੇ ਫੋਕਸ ਵਿੱਚ ਆ ਗਈ ਸੀ। ਡਾਕਟਰ ਨੇ ਟੀਕਾ ਲਾਇਆ ਤੇ ਕਮਰੇ ਵਿੱਚੋਂ ਬਾਹਰ ਨਿਕਲਦਾ ਆਪਣੇ ਮੂੰਹ ਤੇ ਜੁੜੀਆਂ ਚਿੰਤਾਤੁਰ ਤੱਕਣੀਆਂ ਤੇ ਉੱਤਰ ਵਿੱਚ ਬੋਲਿਆ, ਸਰੀਰਕ ਤੌਰ ਤੇ ਇਹਨਾਂ ਨੂੰ ਕੋਈ ਬਿਮਾਰੀ ਨਹੀਂ, ਬਲੱਡ ਪ੍ਰੈਸ਼ਰ ਨਾਰਮਲ ਹੈ, ਹਾਰਟ ਠੀਕ ਹੈ। ਅਸਲ ਵਿੱਚ ਸਾਨੂੰ ਇਹਨਾਂ ਨੂੰ ਰੋਗੀ ਨਹੀਂ ਸਮਝਣਾ ਚਾਹੀਦਾ। ਜਾਪਦਾ ਹੈ ਕੁਝ ਚਿੰਤਾਵਾਂ, ਕੁਝ ਡਰ, ਕੁਝ ਤੌਖਲੇ ਇਹਨਾਂ ਦੇ ਮਨ ਵਿੱਚ ਇਕੱਠੇ ਹੋ ਗਏ ਹਨ, ਜਿਨ੍ਹਾਂ ਨਾਲ ਇਹਨਾਂ ਦਾ ਨਰਵਸ ਸਿਸਟਮ ਠੋਕਰਿਆ ਗਿਆ ਹੈ। ਇਹ ਨਾਖੁਸ਼ੀਆਂ ਤੇ ਚਿੰਤਾਵਾਂ ਕੀ ਹਨ, ਇਹ ਤੁਸੀਂ ਮੇਰੇ ਨਾਲੋਂ ਚੰਗਾ ਜਾਣਦੇ ਹੋ ਤੇ ਮੇਰੇ ਨਾਲੋਂ ਚੰਗਾ ਉਹਨਾਂ ਨੂੰ ਲੱਭ ਕੇ ਉਹਨਾਂ ਨੂੰ ਦੂਰ ਕਰ ਸਕਦੇ ਹੋ। ਤੇ ਜੇ ਸਾਡੇ ਸਭਨਾਂ ਦੇ ਯਤਨਾਂ ਨਾਲ ਵੀ ਸਰਦਾਰ ਸਾਹਿਬ ਠੀਕ ਨਾ ਹੋਏ ਤਾਂ ਕਿਸੇ ਮਨੋਵਿਗਿਆਨਕ ਮਾਹਰ ਦੀ ਸਲਾਹ ਲੈਣੀ ਪਵੇਗੀ। ਉਹਨਾਂ ਸਭਨਾਂ ਦੇ ਮੂੰਹ ਤੇ ਹੈਰਾਨੀ ਧੂੜੀ ਗਈ ਤੇ ਉਹਨਾਂ ਦੀਆਂ ਤੱਕਣੀਆਂ ਡਾਕਟਰ ਦੀ ਇਸ ਤਸ਼ਖੀਸ ਤੋਂ ਸਾਫ਼ ਮੁਨਕਰ ਜਾਪਦੀਆਂ ਸਨ। ਦਾਰਜੀ ਨੂੰ ਕਾਹਦੀਆਂ ਚਿੰਤਾਵਾਂ ਤੇ ਕਾਹਦੇ ਤੌਖਲੇ ਸਨ। ਅਜੇ ਪਿਛਲੇ ਸਾਲ ਉਹ ਪੰਜਾਬ ਐਜੂਕੇਸ਼ਨਲ ਸਰਵਿਸ ਵਿੱਚੋਂ ਇੰਸਪੈਕਟਰ ਆਫ ਸਕੂਲਸ ਦੇ ਅਹੁਦੇ ਤੋਂ ਰਿਟਾਇਰ ਹੋਏ ਸਨ। ਸਾਰੀ ਉਮਰ ਇੱਜ਼ਤ ਤੇ ਆਰਾਮ ਦੀ ਨੌਕਰੀ ਕੀਤੀ ਸੀ। ਵਾਹਿਗੁਰੂ ਦਾ ਦਿੱਤਾ ਸਭ ਕੁਝ ਸੀ। ਪਤਨੀ ਦਿਲਾਂ ਦੀ ਮਹਿਰਨ ਤੇ ਰਮਜ਼ਾਂ ਬੁੱਝਣ ਵਾਲੀ ਸੀ। ਬੱਚੇ ਸਾਰੇ ਲਾਇਕ ਤੇ ਆਗਿਆਕਾਰ ਸਨ। ਵੱਡਾ ਰਿਪੁਦਮਨ ਇੱਕ ਵੱਡੀ ਸੀਮੈਂਟ ਫੈਕਟਰੀ ਵਿੱਚ ਚੀਫ ਮਕੈਨੀਕਲ ਇੰਜੀਨੀਅਰ ਸੀ ਤੇ ਅੱਜਕੱਲ ਟ੍ਰੇਨਿੰਗ ਲਈ ਜਰਮਨੀ ਗਿਆ ਹੋਇਆ ਸੀ। ਨਿੱਕਾ ਮਨਜੀਤ ਪੰਜਾਬ ਸਿਵਲ ਸਰਵਿਸਿਜ਼ ਵਿੱਚ ਸੀ ਤੇ ਅਗਲੇ ਮਹੀਨੇ ਸਟਾਫ ਕਾਲਜ ਵਿੱਚ ਪਬਲਿਕ ਐਡਮਿਨਿਸਟ੍ਰੇਸ਼ਨ ਦਾ ਕੋਰਸ ਕਰਨ ਹੈਦਰਾਬਾਦ ਜਾ ਰਿਹਾ ਸੀ। ਸਤਨਾਮ ਦੀ ਮੰਗਣੀ ਏਅਰਫੋਰਸ ਦੇ ਇੱਕ ਅਫਸਰ ਨਾਲ ਹੋਈ ਸੀ ਤੇ ਅਗਲੇ ਹਫ਼ਤੇ ਉਹਦਾ ਵਿਆਹ ਸੀ। ਰਿਪੁਦਮਨ ਦੀ ਪਤਨੀ ਉਪਕਾਰ ਵਰਗੀ ਮਿੱਠ ਬੋਲੀ ਤੇ ਦਰਦਣ ਨੂੰ ਸਾਰੀ ਦੁਨੀਆ ਵਿੱਚ ਨਹੀਂ ਸੀ। ਘਰ ਸਵਰਗ ਦਾ ਨਮੂਨਾ ਸੀ। ਵਾਹਿਗੁਰੂ ਦੀ ਕਿਰਪਾ ਸੀ ਤੇ ਨਾਖੁਸ਼ੀਆਂ ਤੇ ਚਿੰਤਾਵਾਂ ਵਲਗਣ ਟੱਪ ਕੇ ਅਜੇ ਘਰ ਵਿੱਚ ਦਾਖਲ ਨਹੀਂ ਸਨ ਹੋਈਆਂ। ਆਪਣੀ ਸੱਸ ਦੀਆਂ ਭਟਕਦੀਆਂ ਤੱਕਣੀਆਂ ਨੂੰ ਫੜਦੀ ਚੀਸਦੀ ਹੋਈ ਆਵਾਜ਼ ਵਿੱਚ ਉਪਕਾਰ ਬੋਲੀ, ਬੀਜੀ ਇਹ ਤਾਂ ਅੱਜ ਹੀ ਕੋਈ ਗੱਲ ਹੋਈ ਹੈ ਜਿਸ ਨੇ ਦਾਰਜੀ ਨੂੰ ਉਪਰਾਮ ਕਰ ਦਿੱਤਾ ਹੈ। ਮੇਰਾ ਦਿਲ ਕਹਿੰਦਾ ਹੈ ਤੁਸੀਂ ਪੁੱਛ ਵੇਖੋ ਭਲਾ ਕੀ ਕਹਿੰਦੇ ਨੇ। ਪਤਨੀ ਹਰਬੇਲ ਸਿੰਘ ਨੇ ਪੁੱਛਿਆ। ਮਨਜੀਤ ਤੇ ਸਤਨਾਮ ਨੇ ਪੁੱਛਿਆ, ਪਰ ਕੋਈ ਥਹੁ ਪਤਾ ਦਾਰਜੀ ਨੇ ਨਾ ਦਿੱਤਾ। ਹਾਂ, ਦਿਲਾਂ ਦੀ ਭੇਤਣ ਪਤਨੀ ਦਾਰਜੀ ਦੇ ਨਜ਼ਰਾਂ ਚੁਰਾਉਣ ਦੇ ਢੰਗ ਤੋਂ ਇੰਨਾ ਭਾਂਪ ਗਈ ਕਿ ਗੱਲ ਕੋਈ ਜ਼ਰੂਰ ਸੀ ਜਿਸ ਨੂੰ ਉਹ ਆਪਣੀ ਬਿਮਾਰੀ ਦੇ ਢੰਡੋਰੇ ਪਿੱਛੇ ਲੁਕਾ ਰਹੇ ਸਨ। ਸੱਸ ਦੀ ਸੈਣਤ ਬੁੱਝਦੀ ਹੁਣ ਉਪਕਾਰ ਦਾਰਜੀ ਦੇ ਕਮਰੇ ਵਿੱਚ ਗਈ। ਸਰਦਾਰ ਹਰਬੇਲ ਸਿੰਘ ਜੀ ਸਾਰੇ ਪਰਿਵਾਰ ਵਿੱਚੋਂ ਸਭ ਤੋਂ ਵੱਧ ਆਪਣੀ ਮਿੱਠ ਬੋਲੀ ਨੂੰਹ ਦੀ ਮੰਨਦੇ ਸਨ ਤੇ ਜੇ ਦਾਰਜੀ ਦੇ ਦਿਲਾਂ ਦੀਆਂ ਤਹਿਆਂ ਫਰੋਲ ਕੇ ਉਪਕਾਰ ਕੋਈ ਗੱਲ ਨਹੀਂ ਸੀ ਕੱਢ ਸਕਦੀ ਤਾਂ ਉਹ ਦੁਨੀਆ ਦਾ ਵੱਡੇ ਤੋਂ ਵੱਡਾ ਮਨੋਵਿਗਿਆਨਕ ਮਾਹਿਰ ਵੀ ਨਹੀਂ ਸੀ ਕੱਢ ਸਕਦਾ। ਬਾਹਰ ਬੈਠਿਆਂ ਦੀ ਉਡੀਕ ਸੀਮਾ ਟੱਪ ਗਈ ਜਦੋਂ ਅੱਧੇ ਘੰਟੇ ਮਗਰੋਂ ਉਪਕਾਰ ਦਾਰਜੀ ਦੇ ਕਮਰੇ ਵਿੱਚੋਂ ਨਿਕਲੀ। ਕੁਝ ਦੱਸਿਆ ਨੇ? ਤਿੰਨੇ ਬੇਸਬਰੇ ਦਿਲਾਂ ਦੀ ਉਤਸੁਕਤਾ ਇੱਕ ਆਵਾਜ਼ ਹੋ ਕੇ ਉਪਕਾਰ ਤੇ ਝਪਟੀ। ਪਤਾ ਨਹੀਂ ਕਿਹੋ ਜਿਹੀਆਂ ਗੱਲਾਂ ਕਰਦੇ ਨੇ। ਕੀ ਕਹਿੰਦੇ ਨੇ? ਪਤਨੀ ਹਰਬੇਲ ਨੇ ਪੁੱਛਿਆ। ਕਹਿੰਦੇ ਨੇ ਮੇਰਾ ਰੋਲ ਨੰਬਰ ਆ ਗਿਆ ਏ। ਰੋਲ ਨੰਬਰ? ਆਹੋ, ਕਹਿੰਦੇ ਨੇ 10ਵੀਂ ਜਮਾਤ ਵਿੱਚ ਮੇਰਾ ਰੋਲ ਨੰਬਰ 4 ਸੀ। ਉਹ ਭਈ ਕੀ ਗੱਲ ਹੋਈ? ਮਨਜੀਤ ਨੇ ਉਤਾਵਲੀ ਆਵਾਜ਼ ਵਿੱਚ ਪੁੱਛਿਆ। ਕਹਿੰਦੇ ਨੇ 10ਵੀਂ ਕਲਾਸ ਵਿੱਚ ਮੇਰੇ ਜਮਾਤੀਆਂ ਵਿੱਚੋਂ ਸਭ ਤੋਂ ਪਹਿਲਾਂ ਮੌਤ ਸਰਦਾਰ ਲਹਿਣਾ ਸਿੰਘ ਠੇਕੇਦਾਰ ਦੀ ਹੋਈ ਸੀ। ਉਹਨਾਂ ਦਾ ਰੋਲ ਨੰਬਰ 1 ਸੀ। ਫਿਰ ਲਾਲ ਘਸੀਟਾ ਰਾਮ ਸਬ ਡਿਵੀਜ਼ਨਲ ਕਲਰਕ ਚੱਲ ਵਸੇ, ਉਹਨਾਂ ਦਾ ਰੋਲ ਨੰਬਰ 2 ਸੀ। ਤੇ ਰਤਾ ਥਿੜਕਦੀ ਹੋਈ ਉਪਕਾਰ ਕਹਿੰਦੀ ਗਈ। ਤੇ ਉਹਨਾਂ ਦੇ ਝੱਟ ਹੀ ਪਿੱਛੋਂ ਰਾਏ ਬਹਾਦਰ ਰਾਮ ਰੱਖਾ ਮੱਲ ਨੂੰ ਬੁਲਾਵਾ ਆ ਗਿਆ।
ਉਹਨਾਂ ਦਾ ਰੋਲ ਨੰਬਰ 3 ਸੀ। ਪਰ ਉਹਦੇ ਨਾਲ ਫਰਕ ਕੀ ਪੈਂਦਾ ਹੈ? ਹੈਰਾਨੀ ਵਿੱਚੋਂ ਉੱਭਰਨ ਦਾ ਯਤਨ ਕਰਦਾ ਮਨਜੀਤ ਬੋਲਿਆ। ਉਹ ਕਹਿੰਦੇ ਨੇ ਹੁਣ ਮੇਰੀ ਵਾਰੀ ਆ ਗਈ ਏ। ਮੇਰਾ ਰੋਲ ਨੰਬਰ 4 ਸੀ। ਉਹ ਸਭੇ ਅਵਾਕ ਰਹਿ ਗਏ। ਇੱਕ ਵਾਰੀ ਫਿਰ ਉਹਨਾਂ ਨੂੰ ਆਪਣਾ ਚੌਗਿਰਦਾ ਡਾਵਾਂਡੋਲ ਜਾਪਿਆ। ਮੁੜ ਜਿਵੇਂ ਧਰਤੀ ਆਪਣੇ ਧੁਰੇ ਤੋਂ ਖਿਸਕ ਗਈ ਸੀ ਤੇ ਜ਼ਿੰਦਗੀ ਦੀ ਨੁਹਾਰ ਧੁੰਦਲੀ ਹੋ ਗਈ ਸੀ। ਅਖੀਰ ਸ਼ਬਦ ਪਤਨੀ ਹਰਬੇਲ ਸਿੰਘ ਨੂੰ ਔੜੇ ਤੇ ਉਹ ਬੋਲੀ, ਤੇ ਤੂੰ ਉਹਨਾਂ ਨੂੰ ਸਮਝਾਇਆ ਨਹੀਂ? ਜਿਵੇਂ ਤੂੰ ਉਹਨਾਂ ਨੂੰ ਸਮਝਾ ਸਕਨੀ ਏ, ਹੋਰ ਕੋ ਨਹੀਂ ਸਮਝਾ ਸਕਦਾ। ਮੈਂ ਤਾਂ ਬੜਾ ਆਖਿਆ ਏ ਬੀਜੀ। ਉਪਕਾਰ ਰੋਣ ਹਾਕੀ ਹੋਈ ਸੀ। ਪਤਾ ਨਹੀਂ ਕੀ ਉਹਨਾਂ ਦੇ ਦਿਲ ਵਿੱਚ ਗੰਢ ਵੱਜ ਗਈ ਏ। ਅੱਗੋਂ ਅਜਿਹੀਆਂ ਗੱਲਾਂ ਕਰਦੇ ਨੇ ਕਿ ਕਹਿੰਦਿਆਂ ਉਪਕਾਰ ਦੀਆਂ ਭੁੱਬਾਂ ਨਿਕਲ ਗਈਆਂ। ਦਾਰਜੀ ਨਾਲ ਬਿਤਾਇਆ ਪਿਛਲਾ ਅੱਧਾ ਘੰਟਾ ਉਪਕਾਰ ਦੇ ਭਾਵੁਕ ਮਨ ਤੇ ਬੜਾ ਕਰੜਾ ਬੀਤਿਆ। ਤਾਂ ਇਹ ਗੱਲ ਸੀ, ਉਹ ਦਾਰਜੀ ਜੋ ਸਦਾ ਸਾਫ਼ ਸੋਚਦੇ ਸਨ, ਸਦਾ ਬੁੱਧੀ ਦੀ ਪ੍ਰਧਾਨਗੀ ਤੇ ਅਕਲ ਦੀ ਅਗਵਾਈ ਵਿੱਚ ਚੱਲਦੇ ਸਨ, ਤੇ ਜਿਨ੍ਹਾਂ ਨੇ ਆਪਣੇ ਬੱਚਿਆਂ, ਆਪਣੀ ਪਤਨੀ ਦੇ ਦਿਮਾਗਾਂ ਨੂੰ ਭੈਆਂ ਭਰਮਾਂ ਦੀ ਹਨੇਰੀ ਜਿੱਲਣ ਤੋਂ ਉੱਚਾ ਰੱਖਿਆ ਸੀ, ਅੱਜ ਆਪ ਇੱਕ ਨਿਕੰਮੇ ਤੇ ਵਿਹਲੇ ਵਹਿਮ ਨੂੰ ਮਨ ਵਿੱਚ ਵਸਾ ਬੈਠੇ ਸਨ ਤੇ ਕਿਸੇ ਦੇ ਸਮਝਾਇਆਂ ਨਹੀਂ ਸਨ ਸਮਝ ਰਹੇ। ਪਤਨੀ ਹਾਰ ਗਈ, ਪੁੱਤਰ ਤੇ ਧੀ ਹਾਰ ਗਏ, ਨੂੰਹ ਹਾਰ ਗਈ। ਉਹਨਾਂ ਸਭਾ ਨੂੰ ਇਹੀ ਆਖਿਆ, ਮੈਨੂੰ ਨਾ ਕਲਪਾਓ, ਮੈਂ ਘੜੀਆਂ ਪਲਾਂ ਦਾ ਪਰਾਉਣਾ ਜੇ। ਵੇਖਦੇ ਨਹੀਂ ਮੇਰਾ ਸਰੀਰ ਮਿੱਟੀ ਮਿੱਟੀ ਹੋਈ ਜਾਂਦਾ ਹੈ। ਅੱਖਾਂ ਬੰਦ ਕਰਦਾ ਹਾਂ ਤਾਂ ਜਾਪਦਾ ਹੈ ਹੁਣ ਬੀਤ ਗਿਆ ਕਿ ਹੁਣੇ ਬੀਤ ਗਿਆ। ਨਹੀਂ ਚਾਰਾ ਚੱਲਦਾ ਤਾਂ ਹੱਥੋਂ ਨਾ ਸਹੀ, ਪਰ ਮੈਨੂੰ ਤੰਗ ਨਾ ਕਰੋ। ਉਹ ਜਾਣਦੇ ਸਨ ਘਰ ਵਿੱਚ ਧੀ ਦਾ ਵਿਆਹ ਸੁੱਧਿਆ ਹੋਇਆ ਸੀ। ਸਿਆਣੇ ਬਿਆਣੇ ਹੋ ਕੇ ਇੱਕ ਮੂਰਖ ਵਹਿਮ ਮਗਰ ਲੱਗ ਕੇ ਉਹਨਾਂ ਅਜਿਹੇ ਮੌਕੇ ਤੇ ਸਾਰੇ ਪਰਿਵਾਰ ਲਈ ਸ਼ਾਮਤ ਖੜੀ ਕਰ ਦਿੱਤੀ ਸੀ। ਸਮਝ ਨਹੀਂ ਸੀ ਆਉਂਦੀ ਕਿ ਕੀ ਕੀਤਾ ਜਾਏ। ਮਨਜੀਤ ਦਾ ਜੀ ਕੀਤਾ ਕਿ ਆਪਣਾ ਸਿਰ ਸਾਹਮਣੇ ਕੰਧ ਨਾਲ ਜਾ ਮਾਰੇ, ਪਰ ਅਗਲੇ ਪਲ ਉਸਨੇ ਅਜਿਹੀ ਪਾਗਲ ਹਰਕਤ ਕਰਨ ਤੋਂ ਆਪਣੇ ਆਪ ਨੂੰ ਹੋੜ ਲਿਆ ਤੇ ਸ਼ਹਿਰ ਦੇ ਪ੍ਰਸਿੱਧ ਮਨੋਵਿਗਿਆਨਕ ਮਾਹਰ ਨੂੰ ਫੋਨ ਕਰਨ ਚਲਾ ਗਿਆ। ਉਹ ਜਾਣਦੇ ਸਨ ਕਿ ਮਨੋਵਿਗਿਆਨਕ ਮਾਹਰ ਦਾ ਕੋਈ ਫਾਇਦਾ ਨਹੀਂ ਸੀ, ਪਰ ਫਿਰ ਵੀ ਉਹ ਸਭੇ ਉਹਨੂੰ ਬੜੀ ਤੀਬਰਤਾ ਨਾਲ ਉਡੀਕ ਰਹੇ ਸਨ। ਕਿਸੇ ਕਾਰ ਦੇ ਰੁਕਣ ਦੀ ਆਹਟ ਨਾਲ ਉਹਨਾਂ ਨੇ ਬਰਾਂਡੇ ਵਿੱਚੋਂ ਝਾਕ ਕੇ ਕੋਠੀ ਦੇ ਗੇਟ ਵੱਲ ਵੇਖਿਆ। ਰਤਾ ਵਡੇਰੀ ਉਮਰ ਦੇ ਇੱਕ ਸੱਜਣ ਟੈਕਸੀ ਵਿੱਚੋਂ ਉਤਰ ਰਹੇ ਸਨ। ਓਹੋ, ਇਹ ਤਾਂ ਵਡਭਾਗ ਸਿੰਘ ਜੀ ਸਨ, ਦਾਰਜੀ ਦੇ ਮਿੱਤਰ ਜੋ ਦੇਹਰਾਦੂਨ ਰਹਿੰਦੇ ਸਨ। ਪਤਨੀ ਹਰਬੇਲ ਸਿੰਘ ਨੇ ਅੱਖ ਦੀ ਸੈਣਤ ਨਾਲ ਸਭਨਾਂ ਨੂੰ ਸਮਝਾ ਦਿੱਤਾ ਉਹ ਦਾਰਜੀ ਦੀ ਬਿਮਾਰੀ ਦਾ ਜ਼ਿਕਰ ਸਰਦਾਰ ਵਡਭਾਗ ਸਿੰਘ ਦੇ ਸਾਹਮਣੇ ਨਾ ਕਰਨ। ਉਹ ਨਹੀਂ ਸੀ ਚਾਹੁੰਦੀ ਕਿ ਕੋਈ ਬਿਮਾਰੀ ਪੁਰਸੀ ਕਰਕੇ ਉਹਨਾਂ ਦੀ ਬਿਮਾਰੀ ਵਿੱਚ ਵਾਧਾ ਕਰੇ। ਸਰਦਾਰ ਵਡਭਾਗ ਸਿੰਘ ਜੀ ਬੜੀ ਕਾਹਲੀ ਵਿੱਚ ਜਾਪਦੇ ਸਨ। ਸਭਨਾਂ ਨੂੰ ਮਿਲਣ ਮਗਰੋਂ ਉਹ ਬੋਲੇ, ਮੈਂ ਸਟੇਸ਼ਨ ਤੋਂ ਆਇਆ ਹਾਂ, ਟੈਕਸੀ ਬਾਹਰ ਰੋਕ ਦਿੱਤੀ ਹੈ। ਦਿੱਲੀ ਗੱਡੀ ਬਦਲਣੀ ਸੀ, ਕਲਕੱਤਾ ਮੇਲ 7:25 ਤੇ ਜਾਂਦੀ ਹੈ। ਮੈਂ ਕਿਹਾ ਜਿਹੜਾ ਪੌਣਾ ਘੰਟਾ ਪਲੇਟਫਾਰਮ ਤੇ ਜ਼ਾਇਆ ਕਰਾਂਗਾ ਤੁਹਾਨੂੰ ਹੀ ਮਿਲਾਵਾਂ। ਤੇ ਇੰਸਪੈਕਟਰ ਸਾਹਿਬ ਕਿੱਥੇ ਨੇ? 15 ਮਿੰਟਾਂ ਦੀ ਮਿਲਣੀ ਮਗਰੋਂ ਜਦੋਂ ਸਰਦਾਰ ਵਡਭਾਗ ਸਿੰਘ ਜੀ ਦਾਰਜੀ ਦੇ ਕਮਰੇ ਵਿੱਚੋਂ ਨਿਕਲੇ ਤਾਂ ਉਹ ਇਕੱਲੇ ਨਹੀਂ ਸਨ। ਉਹਨਾਂ ਨਾਲ ਦਾਰਜੀ, ਹਾਂ ਆਪ ਦਾਰਜੀ, ਬਾਂਹ ਵਿੱਚ ਬਾਂਹ ਪਾਈ ਹੱਸਦੇ ਮੁਸਕਰਾਉਂਦੇ ਗੱਲਾਂ ਕਰਦੇ ਬਾਹਰ ਨਿਕਲ ਆਏ ਸਨ। ਬਰਾਮਦੇ ਵਿੱਚ ਆਪਣੇ ਪਰਿਵਾਰ ਨੂੰ ਹੱਕਾ ਬੱਕਾ ਖੜੋਤਾ ਵੇਖ ਦਾਰਜੀ ਇੱਕਦਮ ਗੰਭੀਰ ਹੁੰਦੇ ਬੋਲੇ, ਮੇਰੇ ਸਾਰੇ ਜਮਾਤੀ ਇੱਕ ਇੱਕ ਕਰਕੇ ਵਿਛੜਦੇ ਜਾ ਰਹੇ ਸਨ। ਇਹ ਹੁਣੇ ਵਡਭਾਗ ਸਿੰਘ ਹੋਰਾਂ ਦੱਸਿਆ ਹੈ ਕਿ ਸਰਦਾਰ ਸੁਖਚੈਨ ਸਿੰਘ ਹੋਰੀ ਦੇਹਰਾਦੂਨ ਵਾਲੇ ਅੱਜ ਦੁਪਹਿਰ ਨੂੰ ਚਲਾਣਾ ਕਰ ਗਏ ਹਨ। ਉਪਕਾਰ ਬੋਲੀ, ਦਾਰਜੀ ਉਹਨਾਂ ਦਾ ਰੋਲ ਨੰਬਰ? ਉਹਨਾਂ ਦਾ ਰੋਲ ਨੰਬਰ, ਦਾਰਜੀ ਨੇ ਉਸੇ ਗੰਭੀਰਤਾ ਨਾਲ ਉੱਤਰ ਦਿੱਤਾ, ਉਹਨਾਂ ਦਾ ਰੋਲ ਨੰਬਰ 17 ਸੀ।